ਜਿਹੜੇ ਵਜ਼ੀਰ ਸੀ ਕਹਿੰਦੇ ਵੀ ਵਾਕਈ ਗੁਣ ਹੈ। ਕੋਈ ਉਹਨੇ ਆਪਦੀ ਤਾਕਤ ਦਾ ਕਿਸੇ ਨੂੰ ਵੱਡਪਣ ਨਾ ਦਿਖਾਇਆ। ਉਹਨੇ ਫਿਰ ਖੜ੍ਹ ਕੇ ਅਰਦਾਸ ਕਰੀ ਦੁਰਗਾ ਕੋਲੇ, ਕਹਿੰਦੀ ਮਾਂ ਹੁਣ ਆ ਇੱਥੇ ਚੱਲਣਾ ਨਹੀਂ ਕੰਮ। ਅਤੇ ਉਹਨੂੰ ਆਵਾਜ਼ ਆਈ, ਕਹਿੰਦੀ ਪੁੱਤਰੀ ਪਿਆ ਦੇ ਪਾਣੀ, ਨਿਗਾਹ ਵਾਪਸ ਆਊਗੀ, ਪਰਵਾਹ ਨਾ ਮੰਨ। ਭਾਈ ਉਹਨੇ ਚੱਕ ਕੇ ਸਿੱਟੇ ਜਦੋਂ ਮੁੰਡੇ ਦੇ ਅੱਖਾਂ 'ਤੇ ਮਾਰੇ, ਕਹਿੰਦਾ ਮੈਨੂੰ ਇੱਕ ਅੱਖ ਤੋਂ ਤਾਂ ਦਿਸਣ ਲੱਗ ਗਿਆ। ਦੂਜੇ ਮਾਰ ਕੇ ਪਾਣੀ ਪਿਆ, ਚਰਾਗਾ ਵਾਂਗੂ ਅੱਖਾਂ ਖੁੱਲ੍ਹ ਗਈਆਂ। ਉਹ ਮੁੰਡਾ ਉੱਠ ਕੇ ਜਦੋਂ ਕੁੜੀ ਦੇ ਪੈਰੀਂ ਜਾਣ ਲੱਗਿਆ, ਪਿੱਛੇ ਹਟ ਕੇ ਕਹਿੰਦੀ ਨਾ ਵੀਰਾ ਮੇਰੇ ਪੈਰੀਂ ਹੱਥ ਨਾ ਲਾ, ਤੂੰ ਬਾਦਸ਼ਾਹ ਦਾ ਪੁੱਤ, ਮੈਂ ਤਾਂ ਗਰੀਬ ਬ੍ਰਾਹਮਣਾਂ ਦੀ ਕੁੜੀਆਂ। ਭਾਈ ਰਾਣੀ ਨੇ ਬੁੱਕਲ ਚਲੀ, ਕਹਿਣ ਲੱਗੀ ਮੰਗ ਕੀ ਮੰਗਦੀਆਂ? ਕਹਿੰਦੀ ਮੈਂ ਕੁਛ ਨਹੀਂ ਲੈਣਾ, ਬਹੁਤਾ ਕਰ ਦਿਓ, ਗਰੀਬਾਂ ਨੂੰ ਦਾਨ ਕਰ ਦਿਓ। ਬਾਦਸ਼ਾਹ ਨੇ ਆਰਡਰ ਕਰਤਾ ਵੀ ਭਰ ਕੇ ਟੋਕਰੇ ਮੋਹਰਾਂ ਦੇ ਗੇਟ ਦੇ ਮੂਹਰੇ ਬਹਿ ਜਾਓ, ਹਰੇਕ ਨੂੰ 2-2 ਮੋਹਰਾਂ ਦੇਈ ਚੱਲੋ ਆਥਣ ਤੱਕ। ਜਿੰਨਾ ਗਰੀਬ ਗੁਰਬਾ ਸੀ ਸਭ ਨੂੰ 2-2 ਮੋਹਰਾਂ ਦਿੱਤੀਆਂ। ਕਹਿਣ ਲੱਗਿਆ ਸੇਠ ਹੁਣ ਸਾਨੂੰ ਜਾਣ ਦਿਓ। ਰਾਜਾ ਅਤੇ ਰਾਣੀ ਹੱਥ ਬੰਨ੍ਹ ਕੇ ਖੜ੍ਹ ਗਏ। ਕੁੜੀ ਨੂੰ ਕਹਿੰਦੇ ਬੇਟਾ ਸਾਨੂੰ ਅੱਜ ਦੀ ਰਾਤ ਸਾਡੇ ਕੋਲ ਜ਼ਰੂਰ ਖੱਟੋ, ਅਸੀਂ ਤੇਰੇ ਨਾਲ ਗੱਲਾਂ ਕਰਨੀਆਂ। ਉਹ ਕਹਿੰਦੀ ਆ ਮੇਰੀ ਮਾਂ ਪਿਓ ਨੂੰ ਪੁੱਛ ਲਓ, ਮੈਂ ਕੁਛ ਨਹੀਂ ਕਹਿ ਸਕਦੀ। ਸੇਠ ਕਹਿਣ ਲੱਗਿਆ, ਲਾਲੀ ਕਹਿੰਦੀ ਚਲੋ ਬਾਹਲਾ ਹੀਰਖਾ ਕਰਦੇ ਨੇ। ਕਹਿੰਦਾ ਚੰਗਾ ਮੈਂ ਨੌਕਰ ਨੂੰ ਭੇਜਦਾ ਵੀ ਅਸੀਂ ਉੱਥੇ ਰਹਾਂਗੇ, ਆਪਦੀ ਪੈਬੰਦੀ ਰੱਖਣੀ ਹੈ। ਘੋੜੇ 'ਤੇ ਨੌਕਰਾਂ ਨੂੰ ਕਹਿੰਦਾ ਜਾਓ ਵੀ ਅਸੀਂ ਇੱਥੇ ਰਾਤ ਕੱਟਾਂਗੇ। ਅਤੇ ਇੱਕ ਕਮਰੇ ਦੇ ਵਿੱਚ ਰਾਜਾ ਅਤੇ ਸੇਠ ਅਤੇ ਉਹਦਾ ਪੁੱਤਰ, ਦੂਜੇ ਕਮਰੇ ਵਿੱਚ ਸਹੇਲੀ ਅਤੇ ਰਾਣੀ ਅਤੇ ਲਾਲੇ ਦੇ ਘਰ ਵਾਲੀ। ਰਾਣੀ ਉਹ ਕੁੜੀ ਦੇ ਮੂੰਹ ਵੱਲ ਵਾਰ-ਵਾਰ ਦੇਖੀ ਜਾਂਦੀ ਹੈ। ਰਾਣੀ ਦੇ ਮਨ ਨੂੰ ਇੰਨੀ ਖਿੱਚ ਹੋ ਗਈ ਵੀ ਜੇ ਮੰਨ ਜਾਣ ਆਪਾਂ ਮੇਰੇ ਮੁੰਡੇ ਨੂੰ ਇਹਦਾ ਰਿਸ਼ਤਾ ਲੈ ਲਈਏ। ਉਹ ਸੇਠਣੀ ਨੂੰ ਕਹਿਣ ਲੱਗੀ ਝੋਲੀ ਅੱਡ ਕੇ ਲਾ ਲਈ, ਮੈਂ ਤਾਂ ਇੱਥੋਂ ਇੱਕ ਨਾ ਖੈਰ ਮੰਗਦੀ ਹਾਂ। ਉਹ ਕਹਿੰਦੀ ਰਾਣੀ ਤੁਸੀਂ ਬਾਦਸ਼ਾਹ ਲੋਕ, ਮੈਂ ਤੈਨੂੰ ਕਿਹਾ ਕੀ ਖੈਰ ਦੇ ਸਕਦੇ ਹਾਂ? ਕਹਿੰਦੀ ਨਹੀਂ ਤੇਰੇ ਹੱਥ 'ਚ ਖੈਰ ਆ, ਪਾ ਦੇ, ਮੈਨੂੰ ਜਵਾਬ ਨਾ ਦੇ। ਉਹ ਸਮਝ ਗਈ ਵੀ ਇਹ ਕੁੜੀ ਦਾ ਰਿਸ਼ਤਾ ਮੰਗਦੇ ਆ। ਕਹਿੰਦੀ ਰਾਣੀ ਮੈਂ ਨਹੀਂ ਇਹ ਖੈਰ ਪਾ ਸਕਦੀ, ਜਿਹੜਾ ਮੇਰਾ ਸੇਠ ਹੈ ਉਹ ਪਾ ਸਕਦਾ। ਜਾ ਕੇ ਸੇਠ ਨੂੰ, ਰਾਜੇ ਨੂੰ, ਸਾਰਿਆਂ ਨੂੰ ਉਹ ਕਮਰੇ 'ਚ ਬੁਲਾ ਲਿਆ। ਕਹਿੰਦੀ ਸੇਠਾ ਮੈਂ ਤਾਂ ਇੱਥੋਂ ਇੱਕ ਖੈਰ ਮੰਗਦੀ ਹਾਂ, ਮੇਰੀ ਝੋਲੀ ਖੈਰ ਪਾ ਦੇ। ਉਹ ਕਹਿੰਦਾ ਰਾਣੀ ਤੁਸੀਂ ਬਾਦਸ਼ਾਹ ਲੋਕ ਹੋ, ਮੈਂ ਤੁਹਾਡੇ ਮੁਕਾਬਲੇ ਦਾ ਕਿੱਥੋਂ ਖੈਰ ਪਾ ਸਕਦਾ? ਕਹਿੰਦੀ ਨਹੀਂ ਹੈਗੀ, ਕਿਹੜਾ ਮੈਨੂੰ ਵਚਨ ਦੇ ਦੇ। ਉਹ ਸੇਠ ਬਹੁਤ ਸਿਆਣਾ ਸੀ, ਉਹਦੇ ਕੰਨੀ ਝਾਕ ਕੇ ਉਹਨੇ ਇਸ਼ਾਰਾ ਕਰਿਆ ਕੁੜੀ ਕਰਨੀ ਵੀ ਇਹਦਾ ਰਿਸ਼ਤਾ ਮੰਗਦੇ ਆ। ਉਹ ਕਹਿਣ ਲੱਗਾ ਬੇਟੀ ਕਿਰਨਾ ਪੁੱਤਰ ਖੈਰ ਕਿਹੜੀ ਹੈ? ਤੇਰੀ ਖੈਰ ਮੰਗਦੇ ਆ। ਕਹਿੰਦੀ ਪਿਤਾ ਜੋ ਮਰਜ਼ੀ ਕਰੋ ਤੁਸੀਂ, ਅਤੇ ਮੈਂ ਤੁਹਾਡਾ ਮੋੜਦੀ ਨਹੀਂ, ਪਰ ਇਹਨਾਂ ਨੂੰ ਪੁੱਛ ਲਓ ਮੈਂ ਗਰੀਬ ਘਰ ਦੀ ਕੁੜੀ ਹਾਂ। ਉਹ ਰਾਜਾ ਕਹਿਣ ਲੱਗਾ ਪੁੱਤਰ ਇਹ ਗਰੀਬਾਂ ਨੇ ਤੂੰ ਗੱਲ ਛੱਡ। ਕਹਿੰਦੀ ਆ ਮੇਰੇ ਪਿਤਾ ਨੇ ਪੁੱਛ ਲਓ, ਜੇ ਹਾਂ ਕਹਿੰਦੇ ਆ ਹਾਂ ਹੀ ਆ। ਉਹ ਸੇਠ ਕਹਿੰਦਾ ਵੀ ਠੀਕ ਹੈ ਜੀ। ਭਾਈ ਉਹਦੀ ਰਾਜਕੁਮਾਰ ਨੂੰ ਬੁਲਾ ਲਿਆ, ਜਾ ਪੁੱਤਰਾ ਦਿਖਾਇਆ। ਕਹਿੰਦੀ ਬੇਟਾ ਹੈ, ਕਹਿੰਦੀ ਮੇਰੀ ਪਸੰਦ ਹੈ, ਜਦੋਂ ਮੇਰੇ ਮਾਂ ਪਿਓ ਦੇ ਪਸੰਦ ਹੈ ਮੇਰੇ ਪਸੰਦ ਹੈ। ਸੇਠ ਕਹਿਣ ਲੱਗਾ ਜੀ ਫਿਰ ਦਿਨ ਬੰਨੋ, ਵਿਆਹ ਕੇ ਲੈ ਕੇ ਆਇਓ, ਐ ਨਹੀਂ ਅਸੀਂ ਕੁੜੀ ਨੂੰ ਛੱਡ ਕੇ ਜਾਂਦੀ। ਕਹਿੰਦਾ ਨਾ ਵਿਆਹ ਕੇ ਲੈ ਕੇ ਆਵਾਂਗੇ, ਜਿੰਨੀ ਮਰਜ਼ੀ ਬਰਾਤ ਲਿਆਈ, ਕਹਿੰਦਾ ਕੋਈ ਤੋੜਾ ਨਹੀਂ। ਪਿੰਡ ਆ ਗਿਆ, ਆ ਕੇ ਬਾਦਸ਼ਾਹ ਨੇ ਵਿਆਹ ਕਢਾ ਕੇ ਨਾਈ ਆਉਂਦੇ ਹੁੰਦੇ ਉਹਨੂੰ ਦੇਤਾ। ਬੜੀ ਤੇਜ਼ੀ ਸੀ ਰਾਜੇ ਨੂੰ, ਹਫ਼ਤੇ ਦੀ ਵਿਆਹ ਕਢਾ ਲਿਆ। ਜਦੋਂ ਆਇਆ ਉਹ ਲਾਲੀ ਕਹਿਣ ਲੱਗੀ ਸੇਠ ਨੂੰ ਵਿਆਹ ਆ ਗਿਆ ਕੁੜੀ ਦਾ, ਨਾਈ ਲੈ ਕੇ ਆਇਆ। ਕਹਿੰਦਾ ਕੋਈ ਗੱਲ ਨਹੀਂ। ਨਾਈ ਮਿਲਿਆ, ਕਹਿੰਦਾ ਹਾਂ ਬਈ। ਕਹਿੰਦਾ ਜੀ ਹਫ਼ਤੇ ਦੀ ਮਹੂਰਤ 'ਚ ਵਿਆਹ ਨਿਕਲਿਆ ਆ। ਕਹਿੰਦਾ ਕੋਈ ਗੱਲ ਨਹੀਂ। ਕਿੰਨੀ ਕੁ ਬਰਾਤ ਆਵੇ? ਕਹਿੰਦਾ ਜਿੰਨੀ ਮਰਜ਼ੀ ਆ ਜਾਓ। ਰਾਜੇ ਦੇ ਰਿਸ਼ਤੇਦਾਰ ਰਾਜੇ ਹੁੰਦੇ ਨੇ, ਕੋਈ ਪਰਵਾਹ ਨਹੀਂ, ਜਿੰਨੀ ਮਰਜ਼ੀ ਆ ਜਾਓ। ਉਹ ਸੇਠ ਬੜਾ ਤਕੜਾ ਸੀ। ਉਹ ਕਹਿਣ ਲੱਗੇ, ਰਾਜਾ ਕਹਿਣ ਲੱਗਿਆ ਵਾਹਲਾ ਨਹੀਂ ਬੰਦਾ ਸਾਡਾ ਜ਼ਿਆਦਾ ਆਉਂਦਾ। ਨਾਈ ਕਹਿੰਦਾ ਮੈਨੂੰ ਕਹਿ ਕੇ ਤੋਰਿਆ ਵੀ ਉਹਦੇ 60 ਕੁ ਬੰਦੇ ਆਉਣਗੇ ਬਰਾਤ ਦੇ।
ਕਹਿੰਦਾ ਕੋਈ ਗੱਲ ਨਹੀਂ। ਭਈ ਸੇਠ ਨੇ ਬਾਰ ਤਕੜਾ ਸੀ, ਤੰਬੂ ਲਵਾ ਤੇ ਮਠਿਆਈਆਂ ਮਾਰ ਚਾੜਤੀਆਂ ਭੱਠੀਆਂ। ਸਾਰੇ ਸ਼ਹਿਰ ਦੇ ਵਿੱਚ ਹੋ ਗਿਆ ਵੀ ਅੱਜ ਕਿਰਨਾਂ ਦਾ ਵਿਆਹ ਰਾਜੇ ਦੇ ਪੁੱਤ ਨਾ ਹੋ। ਉਹ ਕਿਰਨਾਂ ਨੂੰ ਜਿਹੜੀ ਉਹਦੀ ਸਹੇਲੀ ਤੀ, ਉਹ ਕਹਿੰਦੀ ਕਿਰਨਾਂ ਜਿਹੜੀ ਤੂੰ ਮੈਨੂੰ ਗੱਲ ਕਰੀ ਤੀ ਸੱਚੀ ਹੋ ਗਈ। ਕਹਿੰਦੀ ਮੈਨੂੰ ਸੰਤਾਂ ਨੇ ਕਿਹਾ ਤੀ ਪੁੱਤ ਤੂੰ ਰਾਜੇ ਘਰਾਣੇ ਘਰ ਜਾਏਂਗੀ। ਕਹਿੰਦੀ ਹਾਂ ਸੱਚੀ ਗੱਲ ਹੋ ਗਈ, ਤੂੰ ਤਾਂ ਵਾਕਈ ਰਾਜਾਂ ਦੇ ਬਾਗੀ। ਭਾਈ ਬੜਾ ਲੋਕਾਂ ਨੇ ਕਿਹਾ ਵੀ ਧੰਨ ਹੈ ਵੀ ਕੁੜੀ ਦੇ ਕਰਮ ਐਡੇ ਵੱਡੇ ਬਲੀ, ਇੱਕ ਬਾਦਸ਼ਾਹ ਦੇ ਬਾਗੀ ਹੈ। ਉਹ ਜਦੋਂ ਵਿਆਹੁਣ ਆ ਗਏ, ਕੁੜੀ ਨੇ ਬਾਦਸ਼ਾਹ ਨੂੰ ਸੱਦ ਕੇ ਤੇ ਉਹਦੀ ਰਾਣੀ ਨੂੰ ਸੱਦ ਕੇ ਕਹਿਣ ਲੱਗੀ ਇੱਕ ਮੇਰੀ ਸ਼ਰਤ ਹੈ। ਕਹਿਣ ਲੱਗੀ ਕੀ? ਕਹਿੰਦੀ ਮੈਂ 6 ਮਹੀਨਿਆਂ ਬਾਅਦ ਆ ਮਾਂ ਪਿਓ ਨੂੰ ਮਿਲ ਕੇ ਜਾਇਆ ਕਰੂੰ, ਮੇਰੇ ਤੇ ਰੋਕ ਲਾ ਲਓ। ਮੇਰੇ ਮਾਂ ਪਿਓ ਨੇ ਜਿੰਨਾ ਚਿਰ ਬੈਠੇ ਨੇ ਮੈਂ ਆਊਂਗੀ। ਬਾਦਸ਼ਾਹ ਕਹਿੰਦਾ ਪੁੱਤਰ ਜਦੋਂ ਮਰਜ਼ੀ ਆ, ਤੈਨੂੰ ਖੁੱਲ੍ਹਾ ਨੇ। ਅਤੇ ਭਾਈ ਉਹ ਤਾਂ ਜਿੱਥੋਂ ਪੈਂਦੀ ਤੀਗੀ ਜੂ, ਰਾਜਿਆਂ ਕੋਲ ਕੀ ਘਾਟਾ ਸੀ। ਇੱਕ ਪਾਸੇ ਹਾਥੀ ਦੇ ਬਾਦਸ਼ਾਹ ਛੱਡਦਾ ਤੁਰਿਆ ਆਉਂਦਾ ਮੋਹਰਾਂ, ਇੱਕ ਪਾਸੇ ਮੁੰਡੇ ਦਾ ਫੁੱਫੜ ਲਾਗੀਆਂ ਨੇ ਤਾਂ ਝੋਲੀਆਂ ਭਰਦੀਆਂ ਮਾਇਆ ਦੀਆਂ। ਬੜਾ ਸੋਹਣਾ ਦੁਨੀਆ ਲਾਗੀ ਕਹਿਣ ਵੀ ਬੜੀ ਇਹ ਤਾਂ ਕੁੜੀ ਕਿਰਨਾਂ ਨੇ ਅਸੀਂ ਵੀ ਤਾਰ ਤੇ ਗਰੀਬ ਲੋਕਾਂ ਕੋਲ ਬੜਾ ਸਾਡੇ ਕੋਲ ਪੈਸਾ ਇਕੱਠਾ ਹੋ ਗਿਆ। ਉਸ ਨੇ ਸਹੁਰੇ ਘਰ ਵਾਗੀ, ਸਹੁਰੇ ਘਰ ਗਈ। ਕੁਛ ਚਿਰਾਂ ਬਾਅਦ ਸੇਠ ਸੇਠਣੀ ਉਹਦੀ ਸਹੇਲੀ ਵਿਮਲਾ ਰਸ ਲੈ ਕੇ ਮਿਲਣ ਵਾਗੇ। ਮਿਲਣ ਗਏ, ਗੱਲਾਂ ਬਾਤਾਂ ਕਰੀਆਂ, ਕਿਉਂ ਪੁੱਤ ਕੋਈ ਤਕਲੀਫ? ਕਹਿੰਦੀ ਨਾ ਮਾਤਾ ਕੋਈ ਤਕਲੀਫ ਨਹੀਂ, ਮੈਂ ਤਾਂ ਐਸ਼ ਕਰਦੀ ਹਾਂ। ਮੈਨੂੰ ਤਾਂ ਇੱਕ ਤੁਸੀਂ ਚੇਤੇ ਆਉਣੇ, ਹੋਰ ਨਹੀਂ ਕੁਛ ਮੈਨੂੰ ਆਉਂਦਾ ਵੀ ਮੇਰਾ ਜਦੋਂ ਵੀ ਤੁਸੀਂ ਮੇਰੇ ਚੇਤੇ ਆਉਣੇ ਦੋਨੇ। ਤੀਜੀ ਮੇਰੀ ਹੈ ਸਹੇਲੀ ਵਿਮਲਾ। ਕਹਿਣ ਲੱਗੇ ਕੋਈ ਗੱਲ ਨਹੀਂ, ਤੂੰ ਚਿੱਠੀ ਪਾਉਂਦੀ ਰਿਹਾ ਕਰ ਅਤੇ ਤੇਰੀ ਅਸੀਂ ਚਿੱਠੀ ਦਾ ਜਵਾਬ ਦਿਆ ਕਰਾਂਗੇ। ਇੰਨੇ ਇੱਕ ਉਦੋਂ ਦੂਜਾ ਗਾਹਾਂ ਰਾਜਾ ਸੀ, ਉਹਦਾ ਬਾਗ ਸੁੱਕਣ ਲੱਗ ਗਿਆ। ਰੋਜ਼ ਦੇ 5 ਬੂਟੇ ਸੁੱਕਣ ਲੱਗ ਗਏ ਬਾਗ ਦੇ। ਮਾਲੀਆਂ ਨੇ ਬੜੀਆਂ ਦਵਾਈਆਂ ਪਾਈਆਂ, ਬੜੇ ਦੂਰ ਦੂਰ ਤੋਂ ਰਾਜੇ ਨੇ ਮਾਲੀ ਸੱਦੇ, ਪਰ ਬੂਟੇ ਸੁੱਕਣੋਂ ਨਾ ਹਟਣ। ਦੇਖ ਲਈ ਬੈਂਟਰੀ ਬੂੰਟਰੀ ਚੱਲ। ਉਹਨੇ ਮਾਲੀ ਕਹਿੰਦੇ ਰਾਜਾ ਇਹ ਸਾਡੇ ਹੁਣ ਬੱਸ ਦਾ ਰੋਗ ਨਹੀਂ, ਇਹ ਤਾਂ ਕੋਈ ਕਾਰਨ ਹੈ। ਫਿਰ ਰਾਜੇ ਨੇ ਜਿਹੜੀ ਆਪਦੀ ਜੋਸ਼ੀ ਰੱਖੀ ਸੀ, ਜਿਹਨਾਂ ਨੂੰ ਤਨਖਾਹਾਂ ਦਿੰਦਾ ਸੀ, ਉਹ ਬੁਲਾ ਲਏ। ਕਹਿੰਦਾ ਦੱਸੋ ਬਈ ਕਾਰਨ ਕੀ ਹੈ? ਉਹਨੇ ਜੋਸਤ ਲਾਈ। ਜੋਸਤ ਲਾ ਕੇ ਕਹਿੰਦੇ ਬਾਦਸ਼ਾਹ ਸਤਵੰਤੀ ਔਰਤ ਇਸ਼ਨਾਨ ਕਰਕੇ ਉਹ ਪਾਣੀ ਦੀ ਬਾਲਟੀ ਭਰ ਕੇ ਤੇਰੇ ਬਾਗ ਦੇ ਉੱਤੇ ਆਲੇ ਦੁਆਲੇ ਸਿੱਟਾ ਦੇ ਦੇ, ਤੇਰਾ ਦਰੱਖਤ ਸਾਰਾ ਬਾਗ ਮੁੜ ਕੇ ਸੁੱਕੂਗਾ। ਜਿਹੜੇ ਬੂਟੇ ਸੁੱਕੇ ਨੇ ਹਫ਼ਤੇ ਤੋਂ ਪਹਿਲਾਂ ਹਰੇ ਹੋ ਜਾਣਗੇ। ਹੁਣ ਉਹ ਕੁੜੀ ਦੀਆਂ ਧੁੰਮਾਂ ਪਈਆਂ ਸੀਗੀਆਂ। ਕਿਸੇ ਵਜ਼ੀਰ ਨੇ ਦੱਸਿਆ, ਕਹਿੰਦੇ ਫਲਾਣੇ ਬਾਦਸ਼ਾਹ ਵਿਆਹ ਕੇ ਲਿਆਇਆ, ਬ੍ਰਾਹਮਣਾਂ ਦੀ ਕੁੜੀ ਹੈ, ਸਤਵੰਤੀ ਹੈ, ਉਹਦੇ 'ਚ ਬਹੁਤ ਤਾਕਤ ਹੈ। ਰਾਜਾ ਕਹਿੰਦਾ ਚਲੋ ਚਲੀਏ। ਫਿਰ ਆਪਣਾ ਰਾਜਾ ਹੈਗਾ, ਭਾਈਚਾਰਾ ਆਪਣਾ ਜਾ ਰਿਹਾ। ਰਾਜਾ ਬਾਦਸ਼ਾਹ ਨੂੰ ਮਿਲਿਆ, ਕਹਿੰਦਾ ਬਾਦਸ਼ਾਹ ਤੁਹਾਡੇ ਕੋਲ ਮੈਂ ਇੱਕ ਕੰਮ ਆਇਆ, ਮੈਨੂੰ ਜਵਾਬ ਨਾ ਦਿਓ। ਰਾਜਾ ਕਹਿੰਦਾ ਨਹੀਂ ਜਵਾਬ ਕਾਹਨੂੰ ਦੇਣਾ, ਦੱਸ ਕੀ ਲੋੜ ਹੈ, ਕੀ ਕੰਮ ਆ? ਪਰ ਕੰਮ ਕਹਿੰਦਾ ਸੋਥੋਂ ਬਿਨਾਂ ਹੋ ਨਹੀਂ ਸਕਦਾ ਹੋਰ। ਕਹਿੰਦਾ ਦੱਸੋ? ਕਹਿੰਦਾ ਮੇਰਾ ਬਾਗ ਸੁੱਕੀ ਜਾਂਦਾ ਹੈ, ਬੜੇ ਮਹਿੰਗੇ ਬੂਟੇ ਲੱਗੇ ਆ, ਰੋਜ਼ ਦੇ 5 ਬੂਟੇ ਸੁੱਕਦੇ ਨੇ। ਮੈਨੂੰ ਜੋਸ਼ੀਆਂ ਨੇ ਕਿਹਾ ਵੀ ਕੋਈ ਸਤਵੰਤੀ ਔਰਤ ਆਵੇ ਅਤੇ ਆਪਦਾ ਇਸ਼ਨਾਨ ਕਰਕੇ ਪਾਣੀ ਦਾ 4 ਸਵੇਰੇ ਗੇੜਾ ਲਾ ਕੇ ਛਿੱਟੇ ਮਾਰਦੇ, ਤੇਰਾ ਬਾਗ ਨਹੀਂ ਸੁੱਕਦਾ। ਪੰਜੇ ਸੀਏ ਜਿਹੜੇ ਬੂਟੇ ਸੁੱਕੇ ਨੇ ਹਰੇ ਹੋ ਜਾਣਗੇ। ਉਹ ਕਹਿੰਦਾ ਕੋਈ ਗੱਲ ਨਹੀਂ। ਉਹਨੇ ਕਹਿਣ ਲੱਗਿਆ ਪੁੱਤਰ ਰੇਖਾ? ਕਹਿੰਦੀ ਹਾਂ ਪਿਤਾ ਜੀ। ਵੀ ਇਸ ਤਰ੍ਹਾਂ ਤੇ ਦੇਖੋ ਇਹ ਜੜ ਜੂਨੀ ਆ ਤਾਂ ਬੜਾ ਵੱਡਾ ਪੁੰਨ ਹੈ। ਕਹਿੰਦੀ ਪਿਤਾ ਜੀ ਤੁਹਾਡਾ ਹੁਕਮ ਚਾਹੀਦਾ ਹੈ, ਬਾਗ ਚੱਲਾਂਗੇ। ਕਹਿਣ ਲੱਗਿਆ ਪੁੱਤ ਤਾਂ ਬਹੁਤ ਇਹ ਅਣਬੋਲ ਜੀਵ ਹੈ, ਇਹ ਆਤਮ ਹੈ ਵੀ ਜੜ ਜੂਨੀ ਹੈ, ਇਹਦਾ ਬਾਹਲਾ ਵੱਡਾ ਧਰਮ ਹੈ। ਕਹਿੰਦੀ ਪਿਤਾ ਚੱਲ ਉਡਾਂਗੇ। ਰਾਜੇ ਨੂੰ ਕਹਤਾ ਵੀ ਸਵੇਰੇ ਅਸੀਂ ਆਵਾਂਗੇ। ਭਾਈ ਰੱਥ ਲੈ ਕੇ ਬਾਦਸ਼ਾਹ ਤੇ ਨੂੰ ਰਾਣੀ
ਮੁੰਡਾ ਉਹ ਸ਼ਹਿਰ 'ਚ ਚਲੇ ਗਏ। ਦੁਨੀਆ ਬੜੀ ਦੇਖਣ ਆਈ ਵੀ ਕਹਿੰਦੇ ਯਾਰ ਇੱਕ ਬਾਦਸ਼ਾਹ ਦੀ ਨੂੰਹ ਹੈ, ਐਡੀ ਵੱਡੀ ਤਾਕਤ ਹੈ, ਵਾਗ ਹਰਾ ਕਰਤਾ ਕਰੂਗੀ। ਪਹਿਲਾਂ ਉਹਨੇ ਬਾਦਸ਼ਾਹ ਦੇ ਪੁੱਤ ਦੀ ਨਿਗਾਹ ਮੰਗਾ ਲਈ ਵਾਪਸ। ਦੁਨੀਆ ਵੇਖਣ ਵਾਲੀ ਬੜੀ ਇਕੱਠੀ ਹੋ ਗਈ। ਉਹ ਗਈ, ਜਦੋਂ ਜਾ ਕੇ ਕਹਿਣ ਲੱਗੀ ਮੈਨੂੰ ਤੁਸੀਂ ਐਂ ਕਰੋ, ਇੱਕ ਬਾਲਟੀ ਦੇ ਦਿਓ, ਆਉਣ ਲੱਗ ਇੱਕ ਪਿੱਤਲ ਦੀ ਪ੍ਰਾਂਤ ਦੇ ਦਿਓ। ਬਾਦਸ਼ਾਹ ਕਹਿਣ ਲੱਗਿਆ ਲੈ, ਖੂਹ ਤੋਂ ਪ੍ਰਾਂਤ ਮਾਂਜੀ ਕੱਢ ਕੇ, ਪਾਣੀ ਬਾਲਟੀ ਮਾਂਜੀ ਆਪ ਕੱਢ ਕੇ, ਆਪ ਅੰਦਰ ਜਾ ਕੇ ਪ੍ਰਾਂਤ 'ਚ ਖੜ੍ਹ ਕੇ ਇਸ਼ਨਾਨ ਕਰ ਲਿਆ। ਇਸ਼ਨਾਨ ਕਰਕੇ ਬਾਲਟੀ 'ਚ ਪਾਣੀ ਪਾ ਲਿਆ। ਕਹਿਣ ਲੱਗੀ ਲੈ ਹੁਣ ਤੇਰੀਆਂ ਗੋਲੀਆਂ ਨੂੰ ਆ ਬਾਲਟੀ 'ਚ ਖਾ ਦੇ, ਮੈਂ ਨਾਲ ਨਾਲ ਚੱਲੂੰਗੀ। ਉਹਨਾਂ ਨੂੰ ਕਹਿੰਦੀ ਸਿੱਟਾ ਮਾਰਦਿਆਂ ਤੁਰੀਆਂ ਫਿਰ ਉਹ ਬਾਗ ਦੇ ਉੱਤੋਂ ਦੀ, ਅਤੇ ਦੁਨੀਆ ਦੇ ਤਾਤੇ ਲੱਗੇ ਖੜ੍ਹੇ ਭਾਈ। 4 ਸਵੇਰੇ ਸਿੱਟਾ ਦੇ ਕੇ ਕਹਿੰਦੀ ਜਿਹੜਾ ਬਚਦਾ ਪਾਣੀ ਆ ਸੁੱਕੇ ਬੂਟਿਆਂ 'ਚ ਪਾ ਦਿਓ। ਦੋਨਾਂ ਸੁੱਕੇ ਬੂਟਿਆਂ 'ਚ ਪਾਤਾ। ਉਹਨੇ ਤਾਂ ਕਿਹਾ ਸੀ ਹਫ਼ਤੇ 'ਚ ਹਰੇ ਹੋ ਜਾਣਗੇ, ਉਹ ਤਾਂ ਚੌਥੇ ਦਿਨ ਹੀ ਪਲਵੀਸੀਆਂ ਕੱਢੇ। ਕਹਿੰਦੀ ਦੱਸ ਦਿਓ ਪਰ ਸਾਨੂੰ। ਰਾਜੇ ਨੇ ਉਸੇ ਟਾਈਮ ਨੌਕਰ ਭੇਜੇ ਵੀ ਜਾਓ ਵਧਾਈ ਦੇ ਕੇ ਆਓ ਕੰਨਿਆਂ ਨੂੰ ਵੀ ਭਾਈ ਉਹ ਬੂਟੇ ਜਿਹੜੇ ਸੁੱਕੇ ਸੀ ਸਾਰੇ ਹਰੇ ਹੋ ਗਏ, ਬਾਗ ਮੁੜ ਕੇ ਕੋਈ ਬੂਟਾ ਨਹੀਂ ਸੁੱਕਿਆ। ਨੌਕਰ ਗਏ, ਜਾ ਕੇ ਰਾਜੇ ਨੂੰ ਵਧਾਈ ਦਿੱਤੀ, ਬਾਦਸ਼ਾਹ ਤੇਰੇ ਘਰ ਐਡੀ ਵੱਡੀ ਸਤਵੰਤੀ ਨੂੰ, ਇਹ ਤਾਂ ਦੁਨੀਆ 'ਚ ਨਹੀਂ। ਸਾਡਾ ਤਾਂ ਬਾਗ ਇੱਕ ਕੁੜੀ ਨੇ ਤਾਂ ਕਿਹਾ ਸੀ ਹਫ਼ਤੇ 'ਚ ਹਰੇ, ਉਹ ਤਾਂ 5 ਦਿਨਾਂ 'ਚ ਹੀ ਬਾਗ ਸੁੱਕੇ ਬੂਟੇ ਹਰੇ ਹੋ ਗਏ, ਪਲਵੀਸੀਆਂ ਕੱਢਿਆ। ਇਸ ਨੂੰ ਦਾ ਤਾਂ ਕਹਿੰਦੇ ਦਰਸ਼ਨ ਕਰਨਾ ਹੀ ਬੜਾ ਚੰਗਾ ਹੈ। ਬਾਦਸ਼ਾਹ ਨੂੰ ਰਾਣੀ ਕਹਿੰਦੀ ਬਾਦਸ਼ਾਹ ਦੇਖ ਰੱਬ ਨੇ ਆਪਣੇ ਘਰੇ ਕਹੀ ਜੀ ਨੂੰਹ ਦਿੱਤੀ ਹੈ, ਕਿੰਨੀ ਸਤਵੰਤੀ ਨੂੰਹ ਦਿੱਤੀ ਹੈ। ਇੰਨੇ ਪਖੀਰ ਆ ਗਏ, ਗੇਟ ਕੋਲੇ ਖੜ੍ਹ ਗਏ ਆ ਕੇ। ਨੌਕਰਾਂ ਨੇ ਕਿਹਾ ਦੱਸੋ ਮਹਾਰਾਜ ਖੈਰ? ਕਹਿੰਦੇ ਨਹੀਂ, ਜਿਹੜੀ ਉਹ ਸਤਵੰਤੀ ਬੱਚੀ ਅਸੀਂ ਉਹਦੇ ਦਰਸ਼ਨ ਕਰਨੇ ਆ। ਉਹਨਾਂ ਕਹਿੰਦੇ ਜੀ ਅਸੀਂ ਪੁੱਛਦਾ ਰਾਜੇ ਨੂੰ, ਕਹਿੰਦੇ ਜੀ ਐਂ ਕਰਕੇ 3 ਪਖੀਰ ਆਏ ਖੜ੍ਹੇ ਨੇ, ਉਹ ਕਹਿੰਦੇ ਨੇ ਵੀ ਉਹ ਸਤਵੰਤੀ ਦੇ ਅਸੀਂ ਦਰਸ਼ਨ ਕਰਨੇ ਆ। ਰਾਜਾ ਕਹਿੰਦਾ ਆ ਜਾਣ ਦਿਓ। ਆ ਗਏ, ਉਹ ਨੀਵੀਂ ਪਾਈ ਖੜੀ ਹੈ ਕੁੜੀ, ਨਮਸਕਾਰ ਕਰੀ। ਮਹਾਤਮਾ ਝਾਕਦੇ ਨੇ, ਕਹਿੰਦੇ ਬੇਟਾ ਉੱਪਰ ਤਾਂ ਮੂੰਹ ਚੱਕ ਲਓ। ਕਹਿੰਦੀ ਮਹਾਰਾਜ ਗੱਲ ਕਰ ਲਓ ਜਿਹੜੀ ਕਰਨੀ ਆ। ਕਹਿੰਦੇ ਨਹੀਂ ਬੇਟਾ ਅਸੀਂ ਤੇਰੇ ਮੱਥੇ ਦੀ ਰੇਖਾ ਦੇਖਣੀ ਹੈ। ਉਹ ਰਾਣੀ ਕਹਿੰਦੀ ਕੋਈ ਗੱਲ ਨਹੀਂ ਪੁੱਤਰ, ਸੰਤ ਨੇ ਚੱਕ ਲਾ। ਜੋ ਚੱਕਿਆ, ਮੂੰਹ ਦੇਖ ਕੇ ਸੰਤਾਂ ਨੇ ਇੱਕ ਦੂਜੇ ਕੰਨੀ ਸਿਰ ਮਾਰਿਆ ਵੀ ਬਹੁਤ ਸਸਤੀ ਦੀ ਮਾਲਕ ਹੈ ਤਾਂ। ਕਹਿੰਦੇ ਲੈ ਪੁੱਤਰ ਤੇਰੇ ਪਹਿਲਾਂ ਕੰਨਿਆ ਜਨਮੂਗੀ, ਬੜੀ ਤੇਰੇ ਵਰਗੀ ਸਤਵੰਤੀ ਹੋਊ, ਬੜੀ ਸ਼ਕਲ ਸੂਰਤ ਹੋਊ। ਫਿਰ ਤੇਰੇ ਇੱਕ ਬੱਚਾ ਜਨਮੂ, ਜੰਮਦੇ ਦੇ ਜਟਾਂ ਹੋਣਗੀਆਂ, ਕੰਨਾਂ 'ਚ ਗਲੀਆਂ ਹੋਣਗੀਆਂ, ਉਹ ਰਿਸ਼ੀ ਬਣੂਗਾ। ਅੱਛਾ। ਰਾਜਾ ਕਹਿਣ ਲੱਗਿਆ ਮਹਾਰਾਜ ਮੇਰੇ ਕੋਲੇ ਵੀ ਛੱਡੋ ਕੁਛ। ਕਹਿੰਦਾ ਤੀਜਾ ਪੁੱਤਰ ਹੋਊ ਫਿਰ ਇਹ ਕੁੜੀ ਦੇ। ਪੈਰ 'ਚ ਖੱਬੇ 'ਚ ਪਦਮ, ਐਡਾ ਯੋਧਾ, ਐਡਾ ਬਲੀ, ਐਡਾ ਸੂਰਵੀਰ। ਤੇਰੇ ਰਾਜ ਦੇ 100 ਮੀਲ ਕੁਛ ਦੀ ਜ਼ਰੂਰਤ ਨਹੀਂ ਅੰਦਰ ਆ ਜੇ, ਐਡਾ ਯੋਧਾ ਬਲੀਦਾਨੀ ਬੰਦਾ ਹੋਊਗਾ। 3 ਬੱਚੇ ਕੁੜੀ ਦੇ ਹੋਣਗੇ, ਉਸ ਤੋਂ ਬਾਅਦ ਬੱਚਾ ਨਹੀਂ ਹੁੰਦਾ। ਭਈ ਆਸ਼ੀਰਵਾਦ ਦੇ ਕੇ ਸੰਤ ਮੁੜ ਗਏ। ਫਿਰ ਉਹਦੇ ਕੁੜੀ ਜੰਮੀ। ਕੁੜੀ ਜਨਮੀ, ਜਦੋਂ ਕੁੜੀ ਨੇ ਜਨਮ ਲੈਣ ਸਾਰ 4 ਸਵੇਰੇ ਮਹਿਲਾਂ ਕਨੀ ਝਾਕਿਆ। ਦਾਈ ਕਮਾਲ ਮੰਨ ਗਈ ਵੀ ਛੋਟਾ ਜਿਹਾ ਬੱਚਾ ਹੈ, ਇਹ ਤਾਂ ਸਿਆਣਿਆਂ ਵਾਂਗੂ 4 ਸਵੇਰੇ ਝਾਕਦੀ ਹੈ, ਅੱਖਾਂ ਦੇ ਵਿੱਚੋਂ ਰੋਸ਼ਨੀ ਪਵੇ। ਰਾਜੇ ਨੇ ਕਿਹਾ ਦਾਈ ਨੂੰ ਦੱਸ ਦਾਈ ਰਾਜਕੁਮਾਰੀ ਕੋਲੇ ਕੰਨਿਆ? ਕਹਿੰਦੀ ਹਾਂ ਕੰਨਿਆ। ਕਹਿੰਦੀ ਬਾਦਸ਼ਾਹ ਕੰਨਿਆ ਕੀ ਹੈ? ਇੱਕ ਰੱਬ ਦਾ ਰੂਪ ਆ। ਕਹਿੰਦੀ ਜੰਮਦੀ ਵੀ ਮਹੀਨੇ ਦੇ ਬੱਚੇ ਜਿੱਡੀ ਤਾਂ ਊਂ ਹੈ, ਬਹੁਤ ਸ਼ਕਲ ਸੂਰਤ ਸੋਹਣੀ ਹੈ। 4 ਸਵੇਰੇ ਕਹਿੰਦੀ ਮਹਿਲਾਂ 'ਚ ਤੇਰਿਆਂ 'ਚ ਪਈ ਨੇ ਨਿਗਾਹ ਮਾਰੀ, ਅੱਖਾਂ 'ਚੋਂ ਲਾਈਟਾਂ ਵੱਜਦੀਆਂ ਸੀ। ਕਹਿੰਦਾ ਹਾਂ ਸੰਤਾਂ ਨੇ ਜਿਹੜੀ ਗੱਲ ਕਹੀ ਸੀ ਸੱਚ ਹੈ। ਭਾਈ ਕੁੜੀ ਪਾਲੀ ਕੁੜੀ 4 ਸਾਲ ਦੀ ਹੋ ਗਈ, ਫਿਰ ਬੱਚਾ ਜਨਮਿਆ। ਜੰਮਦੇ ਦੇ ਜਟਾਂ, ਕੰਨਾਂ 'ਚ ਗਲੀਆਂ। ਉਹੀ ਦਾਈ ਨੇ ਜਦੋਂ ਜਨਮ ਦਵਾਇਆ, ਰਾਜਾ ਕਹਿਣ ਲੱਗਿਆ ਦਾਈ ਹਾਂ ਰਾਜਕੁਮਾਰ ਨੇ ਜਨਮ ਲੈ ਲਿਆ। ਕਹਿੰਦੀ ਰਾਜਕੁਮਾਰ ਨਹੀਂ ਮਹਾਤਮਾ ਹੈ। ਕਹਿੰਦਾ ਕਿਉਂ? ਕਹਿੰਦੀ ਕੰਨਾਂ 'ਚ ਗਲੀਆਂ ਨੇ, ਪਿਛਲੇ ਜਨਮ ਦਾ ਕੋਈ ਮਹਾਤਮਾ, ਮੁੰਦਰਾਂ ਦੇ ਨਿਸ਼ਾਨ ਨੇ, ਅਤੇ ਸਿਰ 'ਤੇ ਕਹਿੰਦੀ ਜਟਾਵਾਂ ਨੇ।
ਬੜੇ ਭਾਗ ਵਾਲਾ, ਮੱਥੇ ਦੇ ਵਿੱਚ ਕਹਿੰਦੀ ਚੰਦਰਮਾ ਲਾਲੀ 'ਚ ਬਣਿਆ ਪਿਆ। ਕਹਿੰਦਾ ਹਾਂ ਮਹਾਤਮਾ ਨੇ ਕਿਹਾ ਸੀ। 3 ਸਾਲ ਬਾਅਦ ਫਿਰ ਉਹ ਪੁੱਤਰ ਜਨਮਿਆ। ਜਦੋਂ ਪੁੱਤਰ ਜਨਮਿਆ ਤੇ ਬਾਦਸ਼ਾਹ ਨੂੰ ਤਾਂ ਪਤਾ ਸੀ ਵੀ ਮਹਾਤਮਾ ਦਾ ਬਚਨ ਹੋਇਆ ਅਟੱਲ ਹੈ। ਤੇ ਕਹਿਣ ਲੱਗਾ ਹਾਂ ਦਾਈ ਦੱਸ। ਕਹਿੰਦੀ ਅੱਜ ਤੇਰੇ ਘਰੇ ਬਾਦਸ਼ਾਹ ਬਹੁਤ ਤਾਕਤ ਵਾਲਾ ਯੋਧਾ ਨੇ ਜਨਮ ਲੈ ਲਿਆ। ਕਹਿੰਦੀ ਖੱਬੇ ਪੈਰ 'ਚ ਪਦਮ ਹੈ ਉਹਦੇ। ਕਹਿੰਦਾ ਇਹਦੀ ਮਾਂ ਦੇਵੀ ਹੈ। ਕਹਿੰਦੀ ਬਹੁਤ ਹਸਤੀ ਦਾ ਮਾਲਕ ਹੈ, ਬੜਾ ਸੋਹਣਾ ਸ਼ਕਲ ਹੈਗੀ। ਕਹਿੰਦੀ ਹਾਸਿਆ ਜਨਮ ਲੈ ਕੇ ਬੱਚਾ ਰੋਂਦਾ ਹੁੰਦਾ। ਤੇ ਭਾਈ ਉਹਦੀ ਵਧਾਈਆਂ ਵੰਡਣ ਲੱਗ ਗਏ, ਲਾਗੀਆਂ ਨੂੰ ਬੜੇ ਦਾਨ ਕੀਤੇ ਗਏ, ਬਹੁਤ ਦਾਨ ਕਰਿਆ। ਤੇ ਬੱਚਾ ਰਾਜੇ ਨੇ ਪਾਲਿਆ। ਜਿਹੜਾ ਸੰਤ ਮਹਾਤਮਾ ਦੀ ਜਦੋਂ 10 ਸਾਲ ਦੇ ਹੋ ਗਏ, ਉਹ ਕਹਿਣ ਲੱਗੇ ਪਿਤਾ ਜੀ ਹੁਣ ਅਸੀਂ ਜਾਂਦੇ ਹਾਂ। ਕਹਿਣ ਲੱਗੇ ਪੁੱਤਰ ਰਹੋ। ਕਹਿੰਦਾ ਨਹੀਂ ਅਸੀਂ ਇੱਥੇ ਤੁਹਾਡੇ ਕੋਲ ਰਹਿਣ ਵਾਸਤੇ ਨਹੀਂ ਆਏ, ਸਾਡੀ ਡਿਊਟੀ ਹੈ, ਅਸੀਂ ਭਜਨ ਕਰਨਾ, ਲੋਕਾਂ ਨੂੰ ਗਿਆਨ ਦੇਣਾ। ਉਹ ਤਾਂ ਹੀ ਨਹੀਂ ਕਹਿ ਕੇ ਜੰਗਲਾਂ ਨੂੰ ਤੁਰ ਗਏ। ਠੀਕ ਹੈ। ਤੇ ਜਿਹੜਾ ਫਿਰ ਉਹ ਬੱਚਾ ਸੀ ਤੇ ਉਹ ਕੁੜੀ ਸੀ, ਦੋਨੇ ਜਵਾਨ ਹੋ ਗਏ। ਤੇ ਉਧਰ ਬੜੀ ਸ਼ਕਲ ਸੂਰਤ, ਐਡਾ ਤੇਜ਼ਮਾਨ ਬੰਦਾ, ਐਡੇ ਬਲ ਯੋਧਾ, ਅੱਖਾਂ ਦੇ ਵਿੱਚ ਲਾਲੀ, ਹਰ ਇੱਕ ਬੰਦਾ ਉਹਦੀ ਅੱਖਾਂ ਕਨੀ ਝਾਕ ਨਾ ਸਕੇ। ਉਹ ਰਾਜਾ ਕਹਿਣ ਲੱਗਿਆ ਵੀ ਵਾਕਈ ਜੋ ਰਿਸ਼ੀਆਂ ਨੇ ਕਿਹਾ ਨਾ ਵਾਕਈ ਸਹੀ ਹੈ ਵੀ ਸਤਵੰਤੀ ਦੇ ਸਤਵੰਤੀ ਪੁੱਤਰ ਜੰਮਦੇ ਨੇ। ਕਹਿਣ ਲੱਗੀ ਪਿਤਾ ਤੇ ਇਦੋਂ ਬਾਅਦ ਮੇਰੇ ਬੱਚਾ ਨਹੀਂ ਹੁਣ ਹੋਊਗਾ। ਕਹਿੰਦੇ ਸਤ ਵਚਨ ਪੁੱਤਰ ਆਪਾਂ ਨੂੰ ਕੀ, ਬੱਚੇ ਤੇਰੇ ਕੋਲ ਹੁਣ ਹੋ ਗਏ, ਰੱਬ ਦੀ ਕਿਰਪਾ ਨਾਲ ਕੰਨਿਆ ਹੋ ਗਈ ਤੇ ਪੁੱਤਰ ਹੋ ਗਿਆ ਬੜਾ ਸੋਹਣਾ, ਬੜੇ ਤਪ ਤੇਜ ਵਾਲਾ। ਕਹਿੰਦੀ ਇੰਨਾ ਹੈਗਾ ਵੀ ਜਿਹੜੀ ਮੇਰੀ ਕੰਨਿਆ ਹੈ, ਇਹਨੂੰ ਜਦੋਂ ਵਿੱਦਿਆ ਪੜ੍ਹਾਓਗੇ, ਚੰਗੇ ਵਿਦਵਾਨ ਬ੍ਰਾਹਮਣ ਨੂੰ ਘਰੇ ਸੱਦਿਓ, ਇਹਨੂੰ ਘਰੇ ਵਿੱਦਿਆ ਪੜ੍ਹਾਇਓ, ਸਕੂਲ 'ਚ ਨਹੀਂ ਭੇਜਣੀ। ਕਹਿੰਦੇ ਠੀਕ ਆ। ਉਹਨਾਂ ਨੇ ਚੰਗੇ ਵਿਦਵਾਨ ਬ੍ਰਾਹਮਣਾਂ ਨੂੰ ਸੱਦਿਆ ਵੀ ਸਾਡੀ ਕੰਨਿਆ ਨੂੰ ਵਿੱਦਿਆ ਘਰੇ ਪੜ੍ਹਾ ਕੇ ਜਾਇਆ ਕਰੋ। ਉਹ ਰਾਣੀ ਕਹਿਣ ਲੱਗੀ ਪੁੱਛਦਾ ਸਹੀ ਬੱਚੀ ਨੂੰ ਵੀ ਕੀ ਕਰਨਾ। ਉਹ ਕਹਿਣ ਲੱਗੀ ਬੇਟਾ ਕੀ ਕਰਨਾ ਇਹ। ਕਹਿੰਦੀ ਮਾਤਾ ਇਹ ਸਤਵੰਤੀ ਬੱਚੀ ਹੈ, ਇਸ ਦੇ ਉੱਤੇ ਕਿਸੇ ਦੀ ਗਲਤ ਨਜ਼ਰ ਨਾ ਪਵੇ, ਇਹਨੂੰ ਜਵਾਨ ਹੋ ਜਾਂਦੇ ਫਿਰ ਇਹ ਆਪਦਾ ਆਪ ਸਾਂਭ ਲੂਗੀ। ਅਤੇ ਭਾਈ ਉਹ ਕੰਨਿਆ ਨੂੰ ਜਨਮ ਦੇ ਕੇ ਕੰਨਿਆ ਬੜੀ ਸਤਵੰਤੀ ਹੋ ਗਈ। ਦੁਨੀਆ ਦੇ ਵਿੱਚ ਧੁੰਮਾਂ ਪੈ ਗਈਆਂ। ਅਤੇ ਵੀ ਇੱਕ ਮਾਂ ਨੇ ਵੀ ਮਾਂ ਸਤਵੰਤੀ ਹੈ, ਗਾਹਾਂ ਧੀ ਸਤਵੰਤੀ ਹੈ। ਅਤੇ ਬਹੁਤ ਜ਼ਿਆਦਾ ਲੋਕਾਂ ਨੇ ਸਤਿਕਾਰ ਕਰਿਆ। ਦੁਨੀਆ ਦਰਸ਼ਨ ਕਰਨ ਆਇਆ ਕਰਨ ਸਾਧ ਸੰਤ ਮਾਵਾਂ ਧੀਆਂ ਦੇ, ਕਿਹਾ ਕਰਨ ਰਾਜਾ ਉਹ ਤੇਰੀ ਨੂੰਹ ਦੇ ਅਤੇ ਤੇਰੀ ਪੋਤੀ ਦੇ ਅਸੀਂ ਦਰਸ਼ਨ ਕਰਨੇ ਆ। ਵੱਡੇ ਵੱਡੇ ਮਹਾਤਮਾ ਦਰਸ਼ਨ ਕਰਨ ਆਇਆ ਕਰਨ। ਕਹਿੰਦੇ ਤੇਰੇ ਘਰ ਤਾਂ ਇੱਕ ਦੇਵਤੇ ਪੈਦਾ ਹੋ ਗਏ।